ਨਿਰਲੇਪ ਰਹਿੰਦਾ ਪਾਣੀ ਤੋਂ। ਪਾਣੀ ਉਸ ਦੀਆਂ ਪੰਖੜੀਆਂ ਤੇ ਨਹੀਂ ਟਿਕਦਾ, ਉਹਦੇ ਤੋਂ ਨਿਰਲੇਪ ਹੈ, ਰਹਿੰਦਾ ਵੀ ਪਾਣੀ ਵਿੱਚ ਹੈ। ਸੋ ਸਤਿਗੁਰੂ ਦੇ ਚਰਨ ਵੀ, ਸਤਿਗੁਰੂ ਸੱਚੇ ਪਾਤਸ਼ਾਹ ਦੀ ਸਮਰੱਥਾ ਵੀ ਇਹ ਨਿਰਲੇਪ ਹੈ ਭਾਈ। ਇਹ ਨਹੀਂ ਕਿ ਕਿਸ ਵਿਅਕਤੀ ਉੱਪਰ ਕਿਰਪਾ ਕਰਨੀ ਹੈ, ਕਿਸ ਧਰਮ ਦੇ ਬੰਦੇ ਉੱਪਰ ਕਿਰਪਾ ਕਰਨੀ ਹੈ, ਨਹੀਂ, ਇਹ ਤਾਂ ਨਿਰਲੇਪਤਾ ਹੈ। ਸਤਿਗੁਰੂ ਦੇ ਚਰਨਾਂ ਦੀ ਇੰਨੀ ਸ਼ਕਤੀ ਹੈ। ਪ੍ਰਤੱਖ ਚਰਨ ਵੀ ਸਤਿਗੁਰੂ ਦੇ ਦਸਾਂ ਸਰੂਪਾਂ ਵਿੱਚ ਜੋ ਵਰਤੇ ਨੇ। ਆਪਾਂ ਗੁਰੂ ਦੀ ਅਗਮ ਅਗਾਧ ਇਤਿਹਾਸ ਦੀ ਕਥਾ ਸੁਣਦੇ ਹਾਂ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਸਾਰੇ ਐਸੇ ਕੌਤਕ ਵਰਤਾਏ। ਅਸੀਂ ਦਰਸ਼ਨ ਕਰਨ ਜਾਂਦੇ ਹਾਂ ਨਾਨਕ ਝੀਰਾ ਸਾਹਿਬ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਦੇ ਨਾਲ ਪ੍ਰਗਟ ਹੋਏ ਚਸ਼ਮੇ ਅਜੇ ਤੱਕ ਚੱਲਦੇ ਨੇ। ਅਸੀਂ ਦਰਸ਼ਨ ਕਰਦੇ ਹਾਂ। ਪ੍ਰਤੱਖ ਚਰਨਾਂ ਦੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਗਮ ਅਗਾਧ ਕਥਾ ਹੈ। ਤੇ ਅੱਜ ਕਲਯੁਗੀ ਜੀਵਾਂ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਧੰਨ ਗੁਰੂ ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਚਿੱਤ ਚਰਨ ਨਾਮ। ਚਿੱਤ ਦੇ ਵਿੱਚ ਵਸਾਉਣ ਵਾਲਾ ਜੋ ਚਰਨ ਹੈ ਉਹ ਪਰਮਾਤਮਾ ਦਾ ਨਾਮ ਹੈ। ਅਸਲ ਵਿੱਚ ਕਿਉਂਕਿ ਨਿਰੰਕਾਰ ਰੂਪ ਆਪ ਹੀ ਸੰਸਾਰ ਵਿੱਚ ਆਪਣਾ ਸਰੂਪ ਧਾਰ ਕੇ ਜਦੋਂ ਆਇਆ, ਉਸ ਨੇ ਆਪਣੇ ਸਰੂਪ ਦਾ ਨਾਮ ਹੀ ਨਾਨਕ ਰੱਖਿਆ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਤਿਗੁਰੂ ਪਾਤਸ਼ਾਹ ਜੀ ਆਪ ਹੀ ਨਿਰੰਕਾਰ ਸਰੂਪ ਸਨ। ਸੋ ਇਸ ਵਾਸਤੇ ਦਸਾਂ ਸਰੂਪਾਂ ਦੇ ਪ੍ਰਤੱਖ ਚਰਨ ਵੀ ਬੇਅੰਤ ਸ਼ਕਤੀਆਂ ਦੇ ਮਾਲਕ, ਬੇਅੰਤ ਜਗਤ ਜਲੰਦੇ ਨੂੰ ਤਾਰਨਹਾਰ ਸਮਰੱਥ ਸਤਿਗੁਰੂ ਪਾਤਸ਼ਾਹ ਜੀ ਨੇ ਬੇਅੰਤ ਬਰਕਤਾਂ ਕੀਤੀਆਂ, ਬਖਸ਼ਿਸ਼ਾਂ ਕੀਤੀਆਂ ਹਨ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਗੁਰ ਕੇ ਚਰਨ ਕਮਲ ਨਮਸਕਾਰ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ, ਸਤਿਗੁਰੂ ਦੇ ਚਰਨਾਂ ਦੇ ਉੱਪਰ ਆ ਕੇ ਨਮਸਕਾਰ ਕਰੀਏ, ਬੰਦਨਾ ਕਰੀਏ। ਕਾਮ ਕ੍ਰੋਧ ਇਸ ਤਨ ਤੇ ਮਾਰ। ਫਿਰ ਭਾਈ ਲਾਭ ਕੀ ਹੋਵੇਗਾ? ਜਿਸ ਕਾਰਨ ਵੱਡੇ ਵੱਡੇ ਦੇਵਤੇ, ਵੱਡੇ ਵੱਡੇ ਪੈਗੰਬਰ, ਵੱਡੇ ਵੱਡੇ ਰਿਸ਼ੀ ਇਸ ਦੁਨੀਆ ਦੇ ਵਿੱਚ ਬੇਇੱਜ਼ਤ ਹੁੰਦੇ ਰਹੇ। ਕਾਮ ਦੀ ਪ੍ਰਵਿਰਤੀ ਇੰਨੀ ਪ੍ਰਬਲ ਹੋਈ, ਜਿਹੜੇ ਕਿ ਕਲਗੀਧਰ ਪਾਤਸ਼ਾਹ ਜੀ ਨੇ ਜੋ ਦਸਮ ਸ੍ਰੀ ਗ੍ਰੰਥ ਦੇ ਵਿੱਚ ਉਚਾਰਨ ਕੀਤਾ ਹੈ, ਇਹਨਾਂ ਦਾ ਹੀ ਇਤਿਹਾਸ। ਉਹਦੇ ਵਿੱਚ ਜਦੋਂ ਅਸੀਂ ਨਜ਼ਰ ਮਾਰਦੇ ਹਾਂ, ਬ੍ਰਹਮਾ ਜੀ ਨੂੰ ਵੀ ਕਾਮ ਦੇ ਕਰਕੇ ਨਿਲਜਿਤ ਹੋਣਾ ਪਿਆ। ਸੋ ਵੱਡੇ ਵੱਡੇ ਦੇਵਤੇ ਇੰਦਰ ਵਰਗੇ ਦਰਵਾਸ਼ਾ ਜੀ ਦੇ ਘਰ ਤੱਕਦਿਆਂ ਹੋਇਆ ਸ਼ਰਮਸਾਰ ਹੋਏ। ਸ੍ਰਿੰਗੀ ਰਿਖੀ ਅਰਗਿਆਂ ਦੀ ਇੱਕ ਇਹੋ ਜਿਹੀ ਹਾਲਤ ਹੋਈ, ਬੜਾ ਵੱਡਾ ਇਤਿਹਾਸ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਜਦੋਂ ਅਸੀਂ ਗੁਰੂ ਕੀ ਸ਼ਰਨ ਵਿੱਚ ਆਵਾਂਗੇ ਨਾ, ਗੁਰੂ ਕੀ ਸੰਗਤ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ, ਪ੍ਰਮਾਤਮਾ ਦੇ ਨਾਮ ਦੀ ਇਹ ਸਮਰੱਥਾ ਹੈ। ਕਿਉਂਕਿ ਇਹ ਜਿਹੜੇ ਵਿਸ਼ੇ ਹਨ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਇਹ ਸਰੀਰ ਦੇ ਵਿਸ਼ੇ ਆ। ਇਸ ਕਰਕੇ ਮਹਾਰਾਜ ਨੇ ਕਿਹਾ, ਕਾਮ ਕ੍ਰੋਧ ਇਸ ਤਨ ਤੇ ਮਾਰ। ਇਸ ਸਰੀਰ ਵਿੱਚੋਂ ਤੂੰ ਇਹਨਾਂ ਨੂੰ ਖਤਮ ਕਰ ਸਕਦਾ, ਜਿਨ੍ਹਾਂ ਕਰਕੇ ਵੱਡੇ ਵੱਡੇ ਸਿਆਣੇ ਤੇ ਵੱਡੇ ਵੱਡੇ ਅਵਤਾਰ ਪੈਗੰਬਰ ਸੁਰਖਰੂ ਹੋ ਕੇ ਸੰਸਾਰ ਵਿੱਚੋਂ ਨਹੀਂ ਰਹਿ ਸਕੇ, ਨਹੀਂ ਜਾ ਸਕੇ। ਤੇ ਜਦੋਂ ਸੱਲ ਭੱਟ ਜੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ ਲਿਖਦੇ ਨੇ, ਉਹਨਾਂ ਦੀ ਮਹਿਮਾ ਗਾਉਂਦੇ ਨੇ, ਤੇ ਫਿਰ ਉਹ ਉਪਮਾ ਕਰਦੇ ਹੋਏ ਲਿਖਦੇ ਨੇ, ਮੋਹ ਮਲ ਬੇਵਸ ਕੀਓ, ਕਾਮ ਗਏ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ, ਲੋਭ ਅਪਮਾਨ ਸਿਓ ਝਾੜਿਓ। ਇਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸਮਰੱਥਾ ਹੈ। ਸਤਿਗੁਰੂ ਪਾਤਸ਼ਾਹ ਦੀ ਏਡੀ ਵੱਡੀ ਸਮਰੱਥਾ ਹੈ ਭਾਈ। ਸੋ ਇਸ ਵਾਸਤੇ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਵਾਂਗੇ
ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਭੈ ਭਾਵਨੀ ਵਿੱਚ ਰਵਾਂਗੇ, ਸਤਿਗੁਰੂ ਦਾ ਉਪਦੇਸ਼ ਧਾਰਨ ਕਰ ਲਵਾਂਗੇ ਤੇ ਫਿਰ ਉਸ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਵਾਂਗੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਾਮ ਕ੍ਰੋਧ ਇਸ ਤਨ ਤੇ ਮਾਰ। ਫਿਰ ਕਹਿੰਦੇ ਭਾਈ ਇਸ ਤਨ ਵਿੱਚੋਂ ਜਿਹੜਾ ਕਾਮ ਦੁਨੀਆ ਦੇ ਵਿੱਚ ਤੇਰੀ ਸੋਭਾ ਦੇ ਵਿੱਚ ਵੱਡੀ ਵਡਿਆਈ ਦੇ ਵਿੱਚ ਅੜਿੱਕਾ ਬਣਦਾ ਹੈ, ਤੇਰੀ ਬਦਨਾਮੀ ਦਾ ਕਾਰਨ ਬਣ ਸਕਦਾ ਹੈ, ਤੇ ਤੂੰ ਭਾਈ ਫਿਰ ਉਸ ਨੂੰ ਇਸ ਤਨ ਵਿੱਚੋਂ ਆਪਣੇ ਵਸ ਕਰ ਸਕਦਾ ਹੈ। ਮੋਹ ਮਲ ਬੇਵਸ ਕੀ, ਕਹਿੰਦੇ ਬਹੁਤ ਵੱਡੀਆਂ ਟਾਰਾਂ ਮਾਰਦਾ ਸੀ ਨਾ, ਵੱਡਾ ਮੱਲ ਬਣਿਆ ਹੋਇਆ ਸੀ, ਭੜਮੱਲ ਬਣਿਆ ਹੋਇਆ ਸੀ ਮੋਹ ਵੀ। ਤੇ ਆਪਾਂ ਸਤਿਗੁਰੂ ਦਾ ਇਤਿਹਾਸ ਪੜ੍ਹ ਲਓ ਭਾਈ, ਉਹਨੂੰ ਵੀ ਬੇਵਸ ਕਰ ਦਿੱਤਾ। ਤੇ ਸਤਿਗੁਰੂ ਦੇ ਸਿੱਖਾਂ ਦੇ ਉੱਪਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ ਹੈ। ਅੱਗੇ ਸਤਿਗੁਰੂ ਪਾਤਸ਼ਾਹ ਜੀ ਆਪ ਇਸੇ ਹੀ ਸ਼ਬਦ ਦੇ ਵਿੱਚ ਕਿਰਪਾ ਕਰਕੇ ਇਹ ਰਹਿਮਤ ਕਰਕੇ ਦਰਸਾਉਣਗੇ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਭਾਈ ਫਿਰ ਤੂੰ ਆਪਣੇ ਤਨ ਵਿੱਚੋਂ ਕਾਮ ਨੂੰ ਤੇ ਕ੍ਰੋਧ ਨੂੰ ਵਸ ਕਰ ਸਕਦਾ ਹੈ। ਇਹਦੀ ਜੋ ਬਹੁਤ ਵੱਡੀ ਪ੍ਰਬਲ ਚਾਲ ਹੈ ਉਹਦੇ ਤੋਂ ਬਚ ਸਕਦਾ ਹੈ ਜੇ ਸਤਿਗੁਰੂ ਪਾਤਸ਼ਾਹ ਦੀ ਰਹਿਮਤ ਹੋਵੇਗੀ। ਹੋਏ ਰਹੀਐ ਸਗਲ ਕੀ ਰੀਨਾ, ਕਹਿੰਦੇ ਭਾਈ ਕੀ ਫਿਰ ਉਸ ਦਾ ਰਸਤਾ ਕੀ ਹੈ, ਕਿਵੇਂ ਅਸੀਂ ਇਹਨਾਂ ਪੰਜਾਂ ਦੁਸ਼ਮਣਾਂ ਦੇ ਉੱਪਰ ਵਸ ਕਰ ਸਕਦੇ ਹਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਨੇ, ਸਗਲ ਸ੍ਰਿਸ਼ਟ ਕੇ ਪੰਜ ਸਕਦਾਰ, ਸਾਰੀ ਸ੍ਰਿਸ਼ਟੀ ਦੇ ਚੌਧਰੀ ਆ ਇਹ ਪੰਜੇ, ਸਭ ਦੇ ਉੱਪਰ ਇਹਨਾਂ ਨੇ ਬਲ ਆਪਣਾ ਚਲਾਇਆ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਫਰਮਾਉਂਦੇ ਨੇ, ਸਗਲ ਸ੍ਰਿਸ਼ਟ ਕੇ ਪੰਜ ਸਕਦਾਰ, ਤੇ ਜਿਹੜੇ ਪੰਜ ਚੌਧਰੀ ਬਣੇ ਹੋਏ ਸੀ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਪ੍ਰਭੂ ਦੀ ਭਗਤੀ ਕਰਨ ਵਾਲੇ ਹਰ ਭਗਤਾਂ ਕੇ ਪਾਣੀ ਹਾਰ, ਉਹਨਾਂ ਦਾ ਪਾਣੀ ਭਰਦੇ ਆ ਭਾਈ। ਜਿਹੜੇ ਪ੍ਰਭੂ ਦੀ ਭਗਤੀ ਕਰਦੇ ਆ ਉਹਨਾਂ ਦੇ ਚਰਨਾਂ ਦਾ ਪਾਣੀ ਭਰਨ ਹਾਰੇ ਹਨ। ਇਸ ਵਾਸਤੇ ਇਹਦਾ ਰਸਤਾ ਕੀ ਹੈ, ਕਹਿੰਦੇ ਭਾਈ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ, ਭਾਵ ਨਿਮਰਤਾ ਭਾਵ ਰੱਖ ਕੇ, ਆਪਣਾ ਅਹੰਕਾਰ ਛੱਡ ਕੇ ਜਦੋਂ ਅਸੀਂ ਸਤਿਗੁਰੂ ਦੀ ਸ਼ਰਨ ਵਿੱਚ ਆਵਾਂਗੇ ਕਿ ਮੈਂ ਬਹੁਤ ਵੱਡਾ ਹਾਂ, ਮੇਰੇ ਕੋਲ ਬੜੀ ਵੱਡੀ ਤਾਕਤ ਹੈ, ਮੇਰੇ ਕੋਲ ਵੱਡੀ ਵੱਡੀ ਸ਼ਕਤੀ ਹੈ, ਮੇਰੇ ਕੋਲ ਬਹੁਤ ਵੱਡਾ ਧਨ ਹੈ, ਮੈਂ ਬਹੁਤ ਜ਼ਿਆਦਾ ਜਾਪ ਕਰਦਾ ਹਾਂ, ਮੇਰੇ ਵਰਗਾ ਕੋਈ ਗਿਆਨੀ ਨਹੀਂ। ਇਹ ਸਾਰੀਆਂ ਵਡਿਆਈਆਂ ਜਦੋਂ ਮਨ ਵਿੱਚੋਂ ਤੂੰ ਢਹਿ ਢੇਰੀ ਕਰਕੇ ਸਤਿਗੁਰੂ ਦੇ ਚਰਨਾਂ ਤੇ ਆ ਕੇ ਨਮਸਕਾਰ ਕਰ ਦੇਵੇਂਗਾ ਤੇ ਮਨ ਵਿੱਚ ਇਹ ਇੱਛਾ ਧਾਰਨ ਕਰ ਲਵੇਂਗਾ ਹੋਏ ਤੇ ਸਭਨਾਂ ਦੇ ਚਰਨਾਂ ਦੀ ਧੂੜੀ ਬਣ ਕੇ ਜਦੋਂ ਰਹਿਣ ਦੀ ਮਨ ਵਿੱਚ ਇੱਛਾ ਕਰੇਗਾ। ਘਟ ਘਟ ਰਮਈਆ ਸਭ ਮਹਿ ਚੀਨਾ, ਕਹਿੰਦੇ ਭਾਈ ਜਿਹੜਾ ਸਾਰੇ ਚਰਨਾਂ ਦੀ ਰੀਨਾ ਰੇਣ ਹੋ ਕੇ ਰਿਹਾ ਨਾ, ਇਹ ਅਵਸਥਾ ਕਿਹਨਾਂ ਦੀ ਹੈ। ਕਹਿੰਦੇ ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਸਾਰੇ ਘਟਾਂ ਘਟਾਂ ਵਿੱਚ ਹਿਰਦਿਆਂ ਵਿੱਚ ਪ੍ਰਮਾਤਮਾ ਆਪ ਵਸਦਾ ਹੈ। ਘਟ ਘਟ ਰਮਈਆ ਸਭ ਮੈਂ ਚੀਨਾ, ਕਹਿੰਦੇ ਘਟ ਘਟ ਰਮਈਆ ਉਹ ਪ੍ਰਮਾਤਮਾ ਵਾਹਿਗੁਰੂ ਸਾਰਿਆਂ ਘਟਾਂ ਵਿੱਚ ਵੇਖ ਲਿਆ। ਸਭੈ ਘਟ ਰਾਮ ਬੋਲਾ ਹੈ, ਰਾਮਾ ਬੋਲਾ ਹੈ, ਰਾਮ ਬਿਨਾ ਕੋ ਬੋਲਾ ਰੇ, ਏਕ ਮਾਟੀ ਚੀਕੀ ਚੁੰਟੀ ਭਾਂਜਨ ਹੈ ਬਹੁ ਨਾਨਾ ਰੇ। ਕਹਿੰਦੇ ਭਾਈ ਛੋਟੀ ਜੀ ਕੀੜੀ ਤੋਂ ਲੈ ਕੇ ਬਹੁਤ ਵੱਡੇ ਹਾਥੀਆਂ ਤੱਕ ਇਹ ਤਾਂ ਭਾਂਡੇ ਨੇ, ਤੇ ਇਹਨਾਂ ਭਾਂਡਿਆਂ ਵਿੱਚ ਉਸ ਰਾਮ ਦੀ ਰਮੇ ਹੋਏ ਰਮਈਆ ਦੀ ਸਮਰੱਥਾ ਇੱਕੋ ਹੀ ਹੈ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਉਹਨਾਂ ਗੁਰੂ ਕੇ ਪਿਆਰਿਆਂ ਨੇ ਉਸ ਰਮੇ ਹੋਏ ਪ੍ਰਮਾਤਮਾ ਨੂੰ ਸਾਰੇ ਘਟਾਂ ਘਟਾਂ ਦੇ ਵਿੱਚ ਜਾਣਨਾ ਕੀਤਾ ਹੈ। ਇਨ ਬਿਦ ਰਮੋ ਗੋਪਾਲ ਗੋਬਿੰਦ, ਕਹਿੰਦੇ ਭਾਈ ਹੋਰ ਕੋਈ ਤਰੀਕਾ ਨਹੀਂ, ਨਾ ਕੋਈ ਧੂਣੀਆਂ ਧਾਉਣ ਦਾ, ਨਾ ਕੋਈ ਪੁੱਠੇ ਲਮਕਣ ਦਾ, ਨਾ ਕੋਈ ਜਲ ਧਾਰੇ ਕਰਨ ਦਾ। ਗੁਰਮਤਿ ਦਾ ਤਰੀਕਾ ਕੀ ਹੈ, ਹੋਰ ਨਾ ਮਤਾਂ ਦੇ ਤਰੀਕੇ ਹੋ ਸਕਦੇ ਨੇ, ਪਰ ਗੁਰਮਤਿ ਦਾ ਤਰੀਕਾ ਕੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗੁਰੂ ਕੀ ਸ਼ਰਨ ਵਿੱਚ ਆ ਕੇ ਤੇ ਨਿਮਰਤਾ ਭਾਵ ਧਾਰਨ ਕਰਕੇ ਤੇ ਹਰ ਘਟ ਘਟ ਦੇ ਵਿੱਚ ਉਸ ਪ੍ਰਮਾਤਮਾ ਦੀ ਜੋਤ ਨੂੰ ਪ੍ਰਤੱਖ ਸਮਝ ਕੇ ਜਦੋਂ ਤੂੰ ਅੰਤਰ ਧਿਆਨ ਹੋਵੇਗਾ
ਤੇ ਇਹ ਵਿਧੀ ਹੈ ਕਹਿੰਦੇ ਭਾਈ ਪ੍ਰਮਾਤਮਾ ਨੂੰ ਰਮਣ ਦੀ, ਭਾਵ ਪ੍ਰਮਾਤਮਾ ਨੂੰ ਜਪਣ ਦੀ। ਉਸ ਪ੍ਰਮਾਤਮਾ ਦਾ ਸਿਮਰਨ ਕਰਨ ਦਾ ਤਰੀਕਾ ਹੀ ਇਹੀ ਹੈ। ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ। ਜਿਨ੍ਹਾਂ ਗੱਲਾਂ ਦਾ ਮਨ ਵਿੱਚ ਹੰਕਾਰ ਹੁੰਦਾ ਹੈ, ਮਨੁੱਖ ਨੂੰ ਬਹੁਤ ਵਾਰ ਆਪਣੇ ਤਨ ਦੇ ਉੱਪਰ ਹੰਕਾਰ ਹੋ ਜਾਂਦਾ ਕਿ ਮੈਂ ਬੜਾ ਬਲਵਾਨ ਹਾਂ, ਮੇਰਾ ਤਨ ਬੜਾ ਸੁੰਦਰ ਹੈ। ਮਹਾਰਾਜ ਕਹਿੰਦੇ ਭਾਈ ਜਦੋਂ ਤੂੰ ਇਹ ਜਾਣ ਲਿਆ, ਤਨ ਵੀ ਤੇ ਧਨ ਵੀ ਇਹ ਦਿੱਤਾ ਹੋਇਆ ਤਾਂ ਪ੍ਰਮਾਤਮਾ ਦਾ ਹੀ ਹੈ, ਇਹਦੇ ਵਿੱਚ ਮੇਰਾ ਕੁਝ ਨਹੀਂ। कबीर तू तू करता तू हुआ मुझ में रहा न हूं, जब आपा पर का मिट गया जद देखा तत तू। साध संगत जदों भगत कबीर जी नूं पुछया ना कि कबीर जी तुसी बड़ी भगती करते हो, परमात्मा दी बंदगी विच लिव लीन रहिंदे हो, तुसी दसो कि परमात्मा दी शरण दा, परमात्मा दी चरणां दा ध्यान धरन दा किहो जिहा आनंद है। कहंदे स्वर्गां वर्गा उहदा आनंद होवेगा, क्योंकि भगत जी कोले नाना प्रकार दे लोग रोज ही आके प्रश्न करते, कुछ शरधावान ते कुछ तर्कवादी। ते भगत जी हर एक नूं ही बड़े निरंतर आपां बाणी विच पढ़दे हाँ, निरंतर कर दिंदे सन। पर जिहड़े शरधावान लोग आए ना, भगत कबीर जी कहंदे भाई परमात्मा दे चरना कमलों दी उस आनंदता नूं मैं किस तरह दर्शा सकदा, मैं नहीं दस सकदा। कहंदे क्यों? ते वो बाणी उचारदे ने, कबीर सुरग नरक ते मैं रहियो, सतगुर कै प्रसाद चरण कमल की मौज मो रहो अंत्यार याद। कहते मैं तो आद तो मुड़ तो लैके अंत तक उहदे चरनां विच निवास कर लवां, बस इहदा मैं तुहानूं आनंद नहीं दस सकदा। कहते कुछ तो दसो, ते फिर होर अगे उचारदे ने, कबीर चरण कमल की मौज को कहो कैसे अनुमान, कहबे को शोभा नहीं देखा ही प्रवान। कहते मैं अनुमान ला के किवें दस सकदा, जे कोई थां ते दूजा होवे ना, जिवें एक पिंड दा सरपंच हुंदा ते आपां कहने भाई ये दूजे फलाने पिंड वर्गा सरपंच आ। एक स्टेट दा मुख मंत्री हुंदा, आपां कहने ये दूजी स्टेट वर्गा मुख मंत्री आ। एक देश दा प्रधान मंत्री हुंदा, आपां कहने दूसरे फलाने देश वर्गा है। जदों परमात्मा वर्गा है ही कोई नहीं, कहते किहो जिहा मैं किहदे नाल अनुमान ला दियां, किहो जिहा अनुमान ला के मैं दसां। ते फिर भगत जी नूं पुछया कि फिर की दसोगे? ते फिर दसिया कि मैं अनुमान ला के नहीं दस सकदा, कहबे को शोभा नहीं, कह के मैं उहदी शोभा नहीं दस सकदा, देखा ही प्रवान। उहदे चरना कमलों की मौज नूं आनंद नूं जिहड़ा तक लैंदा ना, ये उही उस आनंद नूं मान सकदा है, कह के कोई दस नहीं सकदा। सो इस वास्ते सतगुरु पातशाह जी फरमाउंदे ने कि जिन्हां ने भाई, जिन्हां गुरमुखां ने परमात्मा नूं हर घट विच देख लिया, हर हिरदे विच देख लिया, उन्हां विच ही ये निमरता आई है। उस रमे हुए परमात्मा नूं जिन्हां ने अपने हिरदे विच धारण कीता है, उन्हां नूं सारियां घटां विच ही उसदी जोत दा प्रतीत होया है। रहाओ विश्राम दे के कृपा करदे हन। आठ पहर हर के गुण गाओ। तो फिर महाराज की करना चाहिए? आठ पहर हर के गुण गाओ, बड़ा औखा काम है। कहिए 5 मिनट गा लो, 2 मिनट गा लो, मिनट गा लो, मिनट का भी चौथा हिस्सा गा लो। एक पासे सतगुरु पातशाह जी का ये रस्ता है, जदों ये रस्ते ते तुरांगे ना, ये ते मंजिल की गल दसी महाराज ने। ते जदों पुछया भाई महाराज आपदा तो हुक्म है आखने औखा साचा नाओ, ये सच्चा नाम कहना बड़ा औखा है। उदों दुनिया के धंधे
ਉਦੋਂ ਦੁਨੀਆ ਦੇ ਵਕਾਰ, ਉਦੋਂ ਦੁਨੀਆ ਦਾ ਜੰਜਾਲ ਸਾਰਾ ਹੀ ਸਾਹਮਣੇ ਇੱਕ ਪਿਕਚਰ ਦੀ ਨਿਆਈ ਘੁੰਮਦਾ ਹੈ। ਤੇ ਫਿਰ ਇਹ ਵੀ ਸਵਾਲ ਕੀਤਾ ਸੀ ਭਗਤ ਜੀ ਨੂੰ, ਭਗਤ ਕਬੀਰ ਜੀ ਨੂੰ, ਕਿ ਕਬੀਰ ਜੀ ਕਿੰਨਾ ਚਿਰ ਪ੍ਰਮਾਤਮਾ ਦਾ ਨਾਮ ਜਪੀਏ। ਉਹਨੇ ਕਿਹਾ ਭਾਈ ਹਮੇਸ਼ਾ ਹੀ ਜਪਦੇ ਰਹੋ, ਪ੍ਰਮਾਤਮਾ ਦਾ ਨਾਮ ਤਾਂ ਸਦਾ ਹੀ ਜਪਣਾ ਚਾਹੀਦਾ। ਕਹਿੰਦੇ ਨਹੀਂ, ਫਿਰ ਵੀ ਕੁਝ ਨਾ ਕੁਝ ਤਾਂ ਸਮਾਂ ਦੱਸੋ। ਕਹਿੰਦੇ ਭਾਈ ਅਸਲ ਵਿੱਚ ਤਾਂ ਜੇ ਤੂੰ ਅੰਤਰ ਧਿਆਨ ਹੋ ਕੇ ਪਰਮਾਤਮਾ ਦੇ ਨਾਲ ਜੁੜੇਗਾ ਨਾ ਤੇ ਫਿਰ ਉਹਨੇ ਆਪੇ ਹੀ ਜੋੜ ਲੈਣਾ, ਫਿਰ ਤੂੰ ਛੱਡ ਨਹੀਂ ਸਕੇਗਾ। ਕਬੀਰ ਏਕ ਘੜੀ ਆਧੀ ਘੜੀ, ਆਧੀ ਹੂੰ ਤੇ ਆਦ, ਭਗਤਨ ਕਿਸੇ ਤੀ ਗੋਸ਼ਟੇ ਜੋ ਕੀਨੋ ਸੋ ਲਾਭ। ਕਹਿੰਦੇ ਲੈ ਭਾਈ ਇੰਨਾ ਕੁ ਤਾਂ ਜਾਪੀ ਸਕਦਾ ਨਾ। ਜਦੋਂ ਤੂੰ ਇੱਥੇ ਆ ਗਿਆ ਤੇ ਫਿਰ ਕਹਿੰਦੇ ਭਾਈ ਇਹ ਆਨੰਦ ਵੱਧਦਾ ਵੱਧਦਾ ਇਸ ਸਟੇਜ ਤੇ ਪਹੁੰਚ ਜਾਏਗਾ। 8 ਪਹਿਰ ਫਿਰ ਪ੍ਰਮਾਤਮਾ ਦਾ ਨਾਮ, 8 ਪਹਿਰ ਇੱਕ ਤੈ ਲਿਵੈ ਮੰਨੇਨ ਹੁਕਮ ਅਪਾਰ। ਫਿਰ 8 ਪਹਿਰ ਪ੍ਰਮਾਤਮਾ ਦੇ ਨਾਮ ਲਿਵ ਜੋੜ ਕੇ ਪ੍ਰਮਾਤਮਾ ਦਾ ਨਾਮ ਵਾਹਿਗੁਰੂ 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 ਜਪੇਗਾ। ਸਾਧ ਸੰਗਤ ਅੱਜ ਦੀ ਦੁਨੀਆ ਵਿੱਚ ਕਿੰਤੂ ਪਰੰਤੂ ਜ਼ਿਆਦਾ ਵੱਧ ਗਿਆ। ਵੱਧ ਕਿਉਂ ਗਿਆ? ਭਗਤ ਜੀ ਕਹਿੰਦੇ ਆਪ ਨਾ ਦੇ ਚੁਰੂ ਭਰ ਪਾਣੀ, ਤੇ ਨਿੰਦਾ ਜੇ ਗੰਗਾ ਆਨੀ। ਊਠਤ ਬੈਠ ਕੁਟਲਤਾ ਚਾਲੈ, ਆਪ ਗਏ ਔਰ ਨੂੰ ਘਾਲੈ। ਕਹਿੰਦੇ ਜਿਨ੍ਹਾਂ ਦੀ ਆਪਦੀ ਅਵਸਥਾ ਇਹ ਹੈ ਨਾ, ਕਦੇ ਨਾਮ ਜਪਣਾ ਹੀ ਨਹੀਂ, ਕਦੇ ਪ੍ਰਮਾਤਮਾ ਦਾ ਧਿਆਨ ਧਰਨਾ ਹੀ ਨਹੀਂ, ਤੇ ਉਹ ਪ੍ਰਮਾਤਮਾ ਦੇ ਧਿਆਨ ਧਰਨ ਵਾਲਿਆਂ ਦੇ ਉੱਪਰ ਹੀ ਹਮੇਸ਼ਾ ਕਿੰਤੂ ਕਰਦੇ ਰਹਿੰਦੇ ਨੇ ਕਿ ਨਹੀਂ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਬਾਣੀ ਉਚਾਰਨ ਕੀਤੀ ਹੈ, ਜਿੱਥੇ ਵੀ ਇੱਥੇ ਸੰਤਾਂ ਦਾ ਨਾਂ ਕਿਤੇ ਆਇਆ ਹੈ, ਅੱਜ ਵੀ ਸਤਿਗੁਰੂ ਜੀ ਕਿਰਪਾ ਕਰਨਗੇ ਕਿ ਇਹ ਤੇ ਕੇਵਲ ਸਤਿਗੁਰੂ ਜੀ ਵਾਸਤੇ ਹੈ। ਸਤਿਗੁਰੂ ਵਾਸਤੇ ਵੀ ਹੈ ਭਾਈ ਕਿਤੇ ਕਿਤੇ, ਪਰ ਸੰਤਾਂ ਵਾਸਤੇ ਵੀ ਹੈ। ਤੇ ਸੰਤਾਂ ਦੇ ਮਹਾਰਾਜ ਨੇ ਸੱਚੇ ਪਾਤਸ਼ਾਹ ਜੀ ਨੇ ਲੱਛਣ ਵੀ ਦੱਸੇ ਕਿ ਅੱਜ ਅਸੀਂ ਇਸ ਕਿੰਤੂ ਪਰੰਤੂ ਤੇ ਤਸੱਲੀ ਕਰ ਲਈਏ ਵੀ ਨਹੀਂ ਕੋਈ ਸੰਤ ਨਹੀਂ ਰਿਹਾ। ਨਹੀਂ ਭਾਈ, ਇਹ ਤਾਂ ਸਾਡੀ ਵੇਖਣ ਵਾਲੀ ਨਿਗਾਹ ਨਹੀਂ, ਸਾਡੀ ਆਪਣੀ ਕੋਈ ਗਮਤਾ ਨਹੀਂ, ਪਹੁੰਚ ਨਹੀਂ ਉੱਥੋਂ ਤੱਕ, ਤਾਂ ਅਸੀਂ ਸ਼ੱਕ ਦੀ ਦੁਨੀਆ ਵਿੱਚ, ਭਰਮ ਦੀ ਦੁਨੀਆ ਵਿੱਚ ਫਿਰਦੇ ਹਾਂ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂ। ਇੱਕ ਬੜੇ ਹੀ ਸਾਧੂ ਸੁਭਾਅ ਦੇ ਔਰ ਬੜੇ ਸਾਦੇ ਲਿਬਾਸ ਦੇ, ਸਾਦੇ ਹੀ ਜੀਵਨ ਦੇ ਔਰ ਬੜੇ ਸਖਤ ਸੁਭਾਅ ਦੇ, ਖਿਆਲ ਕਰਨਾ ਸਾਧ ਸੰਗਤ, ਜੀਵਨ ਸਾਦਾ, ਬਸਤਰ ਸਾਦੇ, ਖਾਣਾ ਪਹਿਨਣਾ ਸਾਦਾ, ਸੁਭਾਅ ਬੜਾ ਸਖਤ। ਇਹੋ ਜਿਹੇ ਸਾਧੂਆਂ ਦੇ ਦਰਸ਼ਨ ਕੀਤੇ। ਤੁਸੀਂ ਵੀ ਬਹੁਤ ਸਾਰੀਆਂ ਸੰਗਤਾਂ ਨਗਰਾਂ ਪਿੰਡਾਂ ਦੇ ਜਾਣਦੇ ਹੋਵੋਗੇ। ਸੰਤ ਬਾਬਾ ਤਾਰਾ ਸਿੰਘ ਜੀ ਸਰਾਲੀ ਵਾਲੇ ਹੋਏ ਨੇ ਮਹਾਂਪੁਰਖ, ਜਿਹੜੇ ਹੁਣ ਤੇ ਇਸ ਦੁਨੀਆ ਵਿੱਚ ਨਹੀਂ ਰਹੇ, ਪਰ ਕਈ ਵਾਰ ਉਹਨਾਂ ਦੇ ਦਰਸ਼ਨ ਕੀਤੇ। ਸਾਧ ਸੰਗਤ ਸੁਤੇ ਸਿੱਧ ਬਚਨ ਕਹਿਣੇ ਤੇ ਭਵਿੱਖ ਦੇ ਬਚਨਾਂ ਨੂੰ ਟੁੰਬ ਜਾਣਾ, ਪਤਾ ਵੀ ਨਹੀਂ ਲੱਗਣ ਦੇ ਦੇਣਾ। ਸਰਲ ਅਵਸਥਾ ਵਿੱਚ ਜੇ ਕੋਈ ਧਾ ਕੇ ਪੁੱਛਣਾ ਚਾਹਵੇ ਤੇ ਨਹੀਂ ਕਹਿਣਾ ਭਾਈ ਇਹ ਤੇ ਧੰਨ ਗੁਰੂ ਗ੍ਰੰਥ ਸਾਹਿਬ ਅਗਾਧ ਬੋਧ ਨੇ, ਉਹ ਆਪ ਹੀ ਕਿਰਪਾ ਕਰ ਸਕਦੇ, ਮੈਂ ਤਾਂ ਤੁਹਾਡੇ ਵਰਗਾ, ਬਲਕਿ ਤੁਹਾਡੇ ਵਰਗਾ ਵੀ ਨਹੀਂ। ਇੰਨੀ ਨਿਮਰਤਾ। ਮੈਂ ਬੇਨਤੀ ਤਾਂ ਕੀਤੀ ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਸੱਚਖੰਡ ਚਲੇ ਗਏ, ਪਰ ਜਵਾਨੀ ਦੇ ਵਿੱਚ ਇਸ ਸੰਸਾਰ ਨੂੰ ਛੱਡ ਗਏ। ਕਾਰ ਐਕਸੀਡੈਂਟ ਦੁਆਰਾ ਉਹਨਾਂ ਦਾ ਅਕਾਲ ਚਲਾਣਾ ਹੋ ਗਿਆ। ਪਰ ਉਦੋਂ ਉਸ ਸਮੇਂ ਇੱਕ ਪ੍ਰਚਾਰ ਦਾ ਝੰਡਾ ਬੁਲੰਦ ਕੀਤਾ ਹੋਇਆ ਸੀ ਉਹਨਾਂ ਮਹਾਂਪੁਰਖਾਂ ਨੇ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ। ਇੱਥੇ ਦਿੱਲੀ ਤੱਕ ਉਹਨਾਂ ਦੇ ਪ੍ਰਚਾਰ ਦੀਆਂ ਧੁੰਮਾਂ ਪਈਆਂ ਹੋਈਆਂ ਸਨ। ਉਸ ਸਮੇਂ ਦੇ ਵਿੱਚ
ਉਹ ਮਹਾਂਪੁਰਖ ਇਸ ਸੰਸਾਰ ਵਿੱਚੋਂ ਚਲੇ ਗਏ। ਤੇ ਉਹਨਾਂ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਦੇ ਮੁਖੀ ਬਣੇ। ਬਹੁਤ ਸਾਰੀਆਂ ਸਿੱਖ ਸੰਗਤਾਂ ਸੰਤ ਬਾਬਾ ਜਰਨੈਲ ਸਿੰਘ ਜੀ ਬਾਰੇ ਹਜੇ ਨਹੀਂ ਕੁਝ ਜਾਣਦੀਆਂ ਸਨ। ਇਹਨਾਂ ਦੇ ਸੁਭਾਅ ਬਾਰੇ, ਇਹਨਾਂ ਦੇ ਸਿਮਰਨ ਬਾਰੇ, ਇਹਨਾਂ ਦੀ ਕਥਾ ਵਿਚਾਰ ਬਾਰੇ ਅਣਜਾਣ ਸਨ। ਲੁਧਿਆਣੇ ਦੇ ਡੇਲੋਂ ਵਾਲੇ ਪਾਸੇ ਕਿਸੇ ਨਗਰ ਵਿੱਚ ਸੰਤ ਬਾਬਾ ਤਾਰਾ ਸਿੰਘ ਜੀ ਰੁਕੇ ਹੋਏ ਸਨ ਤੇ ਉੱਥੇ ਇਲਾਕੇ ਦੀ ਸੰਗਤ ਮਿਲਣ ਵਾਸਤੇ ਆਏ ਤੇ ਕੁਝ ਨਾਰੰਗਵਾਲ ਦੇ ਸਿੰਘ ਆ ਗਏ ਤੇ ਨਾਰੰਗਵਾਲ ਜੱਥਾ ਦਮਦਮੀ ਟਕਸਾਲ ਹਰ ਸਾਲ 7 ਦਿਨ ਉੱਥੇ ਪਿੰਡਾਂ ਦਾ ਪ੍ਰੋਗਰਾਮ ਹੁੰਦਾ ਸੀ। ਸੁੱਤੇ ਸਿੱਧ ਉਹਨਾਂ ਸਿੰਘਾਂ ਨੂੰ ਪੁੱਛਿਆ ਕਿ ਭਾਈ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨਹੀਂ ਰਹੇ, ਹੁਣ ਵੀ ਆਪਣੇ ਪਿੰਡ ਵਿੱਚ ਗੁਰਮਤਿ ਸਮਾਗਮ ਹਰ ਸਾਲ ਹੋਇਆ ਕਰੇਗਾ, ਤੁਸੀਂ ਭਾਈ ਜਰਨੈਲ ਸਿੰਘ ਨੂੰ ਵੀ ਸੱਦੋਗੇ? ਨਾਰੰਗਵਾਲ ਦੇ ਸਿੰਘ ਕਹਿੰਦੇ ਭਾਈ ਬਾਬਾ ਜੀ ਹਲੇ ਤੇ ਸਮਾਂ ਇਹੋ ਜਿਹਾ ਹੈ, ਹੁਣੇ ਮਹਾਂਪੁਰਖ ਸੱਚਖੰਡ ਗਏ ਨੇ, ਜਿਹੋ ਜਿਹਾ ਸਮਾਂ ਆਏਗਾ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਇਹ ਨਿਰੰਤਰ ਧਰਮ ਪ੍ਰਚਾਰ ਪ੍ਰੋਗਰਾਮ ਚੱਲਦਾ ਰਹੇ। ਤੇ ਸੰਤ ਬਾਬਾ ਤਾਰਾ ਸਿੰਘ ਜੀ ਮਹਾਂਪੁਰਖ ਕਹਿੰਦੇ ਉਰੇ ਆਓ, ਗੱਲ ਸੁਣੋ। ਕਹਿੰਦੇ ਕਿਸੇ ਭਰਮ ਭੁਲੇਖੇ ਵਿੱਚ ਨਾ ਪਿਓ, ਇਹ ਨਾ ਕਿਉਂ ਕਿ ਨਵੀਂ ਜੀ ਉਮਰ ਦਾ ਨੌਜਵਾਨ ਹੈ, ਇਹ ਨਾ ਸਮਝੋ ਕਿ ਕਿਸੇ ਗੱਲੋਂ ਅਣਜਾਣ, ਸਿਰਫ ਡਿਊਟੀ ਬਦਲੀ ਹੈ, ਬਾਕੀ ਕੋਈ ਕਮੀ ਨਹੀਂ, ਆਉਣ ਵਾਲਾ ਸਮਾਂ ਆਪੇ ਹੀ ਦੱਸ ਦੇਵੇਗਾ। ਸਮਾਂ ਨਿਰੰਤਰ ਜਾਰੀ ਰੱਖਣਾ ਧਰਮ ਪ੍ਰਚਾਰ ਦਾ। ਉਸੇ ਹੀ ਸਾਲ ਸਾਧ ਸੰਗਤ ਵਾਲੇ ਕੋਈ ਵੀ ਨਹੀਂ ਜਾਣਦਾ ਸੀ ਕੁਛ। ਇਹੋ ਜਿਹੇ ਬੜੇ ਬੇਅੰਤ ਮਹਾਂਪੁਰਖ ਨੇ ਔਰ ਉਹਨਾਂ ਦਾ ਛੋਟਾ ਜਿਹਾ ਕਿਹਾ ਹੋਇਆ ਬਚਨ ਨਗਰ ਨਿਵਾਸੀ ਸੰਗਤਾਂ ਨੇ ਆਪਣੇ ਹਿਰਦੇ 'ਚ ਵਸਾਇਆ ਔਰ ਉਵੇਂ ਹੀ ਪ੍ਰੋਗਰਾਮ ਨਿਰੰਤਰ ਜਾਰੀ ਰੱਖਿਆ। ਤੇ ਜਦੋਂ ਇਲਾਕੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਕਥਾ ਕਰਨ ਵਾਸਤੇ ਆਏ ਤੇ ਉਹ ਬੜੇ ਹੈਰਾਨ ਹੋਏ ਵੀ ਉਦੋਂ ਵੀ ਚੜ੍ਹਦੀ ਕਲਾ ਦੇ ਵਿੱਚ ਪ੍ਰਚਾਰ, ਨਗਰ ਕੀਰਤਨ ਤੇ ਧਰਮ ਪ੍ਰਚਾਰ, ਅੰਮ੍ਰਿਤ ਸੰਚਾਰ ਦੀਆਂ ਲਹਿਰਾਂ ਚੱਲੀਆਂ। ਸੋ ਸਾਧ ਸੰਗਤ, ਮੇਰਾ ਕਹਿਣ ਤੋਂ ਭਾਵ ਹੈ ਕਿ ਇਹੋ ਜਿਹੇ ਸਾਦੇ ਲਿਬਾਸਾਂ ਦੇ ਵਿੱਚ ਅਨੇਕਾਂ ਮਹਾਂਪੁਰਖ ਕੋਈ ਕਾਰ ਸੇਵਾ ਕਰ ਰਿਹਾ ਹੈ, ਕੋਈ ਸਿਮਰਨ ਕਰ ਰਿਹਾ ਹੈ, ਕੋਈ ਬੱਚਿਆਂ ਨੂੰ ਪੜ੍ਹਾ ਰਿਹਾ ਹੈ, ਕੋਈ ਸੰਥਿਆ ਦੇ ਰਿਹਾ ਹੈ, ਕਿਤੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ, ਗੁਰੂ ਦੀ ਸਿੱਖੀ ਵਿੱਚ ਵਾਧਾ ਹੋ ਰਿਹਾ। ਖੰਡੇ ਬਾਟੇ ਦੇ ਅੰਮ੍ਰਿਤ ਦੁਆਰਾ ਕਲਗੀਧਰ ਪਾਤਸ਼ਾਹ ਦੇ ਘਰ ਵਿੱਚ ਨਵੀਂ ਫੌਜ ਤਿਆਰ ਕੀਤੀ ਜਾ ਰਹੀ ਹੈ, ਪਰ ਕਿੰਤੂ ਹੀ ਕਿੰਤੂ ਨਹੀਂ ਭਾਈ। ਸਤਿਗੁਰੂ ਪਾਤਸ਼ਾਹ ਜੀ ਰਹਾਉ ਤੋਂ ਅੱਗੇ ਫਰਮਾਉਂਦੇ ਹਨ ਕਿ ਭਾਈ ਦੁਬਾਰਾ ਪੜੋ ਜੀ ਪੰਗਤੀ ਪਾਠ। 8 ਪਹਿਰ ਹਰ ਕੇ ਗੁਣ ਗਾਓ, 8 ਪਹਿਰ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰੋ ਭਾਈ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ, ਸਰਵਣ ਸੁਨੀਜੈ ਅੰਮ੍ਰਿਤ ਕਥਾ, ਜਾਸ ਸੁਣੀ ਮਨ ਹੋਏ ਆਨੰਦਾ, ਤੂਖ ਰੋਗ ਮਨ ਸਗਲੇ ਲੱਥਾ। ਕਹਿੰਦੇ ਭਾਈ ਜਦੋਂ ਪਰਮਾਤਮਾ ਦਾ ਨਾਮ 8 ਪਹਿਰ ਅਸੀਂ ਗਾਉਣ ਵਾਲੇ ਪਾਸੇ ਤੁਰਾਂਗੇ ਤਾਂ ਸਤਿਗੁਰੂ ਪਾਤਸ਼ਾਹ ਦੀ ਬੜੀ ਵੱਡੀ ਕਿਰਪਾ ਹੋਵੇਗੀ। ਜੀ ਪ੍ਰਾਨ ਕੋ ਇਹ ਸੁਆਓ, ਕਹਿੰਦੇ ਭਾਈ ਮਨੁੱਖ ਦੇ ਸਰੀਰ ਦੇ ਤੇ ਸਵਾਰਥ ਵੱਖਰੇ ਨੇ। ਸਾਨੂੰ ਜ਼ਿੰਦਗੀ ਜਿਉਣ ਵਾਸਤੇ ਚੰਗੇ ਸਾਧਨ ਚਾਹੀਦੇ ਨੇ। ਚੰਗੇ ਸਾਧਨਾਂ ਤੋਂ ਉੱਪਰ ਵੀ ਉਸ ਚੰਗਿਆਈ ਤੋਂ ਵੱਡੇ ਚਾਹੀਦੇ ਨੇ, ਫਿਰ ਦੂਸਰੇ ਤੋਂ ਚੰਗੇ ਚਾਹੀਦੇ ਨੇ, ਫਿਰ ਸਭ ਤੋਂ ਚੰਗੇ ਚਾਹੀਦੇ ਨੇ। ਪਰ ਅਸੀਂ ਇੱਕ ਗੱਲ ਭੁੱਲ ਗਏ। ਇੱਥੇ ਮਹਾਰਾਜ ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਪਰਮਾਤਮਾ ਨੇ ਜਿਹੜਾ ਜੀਵਾਤਮਾ ਦਿੱਤੀ ਹੈ ਨਾ, ਉਹਦਾ ਵੀ ਤਾਂ ਕੋਈ ਸਵਾਰਥ ਹੈ ਨਾ ਭਾਈ। ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਕਹਿੰਦੇ ਭਾਈ ਜਿਹੜੇ ਪਰਮਾਤਮਾ ਦਾ 8 ਪਹਿਰ ਨਾਮ ਜਪਣ ਦਾ ਪ੍ਰਯੋਜਨ ਦੱਸਿਆ ਨਾ, ਇਹਦਾ ਕਾਰਨ ਕੀ ਹੈ? ਕਹਿੰਦੇ ਭਾਈ ਜਿਹੜੇ ਸਾਡੇ ਅੰਦਰ ਜੀਵ ਆਤਮਾ ਹੈ, ਜਿਹੜੇ ਬਹੁਤ ਲੰਮਾ ਚੱਕਰ ਲਾ ਕੇ ਗੁਰੂ ਦੀ ਸ਼ਰਨ ਵਿੱਚ ਆਈ ਹੈ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ ਪਾਉਂਦੇ ਰਹੇ ਨਾ, ਤੇ ਫਿਰ ਕੀ ਹੋਇਆ ਭਾਈ? ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਹ ਲਾਭ ਹੈ ਮਨੁੱਖਾ ਜਨਮ ਦਾ
ਕਿ ਤੂੰ ਇਹਦੇ ਵਿੱਚ ਪ੍ਰਮਾਤਮਾ ਦਾ ਨਾਮ ਜਪ ਸਕਦਾ ਹੈ। ਤੇ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਜਪਣਾ 8 ਪਹਿਰ ਕਿਉਂ ਜਪਣਾ? ਫਿਰ ਕਹਿੰਦੇ ਇਹ ਜੀਵ ਆਤਮਾ ਦੇ ਪ੍ਰਯੋਜਨ ਨੂੰ ਸੁਧਾਰਨ ਵਾਸਤੇ, ਪ੍ਰਯੋਜਨ ਨੂੰ ਸੰਪੂਰਨ ਕਰਨ ਵਾਸਤੇ ਇਹ ਇੱਕ ਤਰੀਕਾ ਹੈ, ਇਹ ਇੱਕ ਢੰਗ ਹੈ ਕਿ ਪ੍ਰਮਾਤਮਾ ਦਾ ਨਾਮ ਜਪਿਆ ਜਾਵੇ। ਤਜ ਅਭਿਮਾਨ ਜਾਨ ਪ੍ਰਭ ਸੰਗ। ਤੇ ਨਾਮ ਜਪਦਿਆਂ ਜਪਦਿਆਂ ਵੀ ਇਹ ਵੀ ਇੱਕ ਵੱਡੀ ਬਿਮਾਰੀ ਆ, ਇਹ ਨਾਮ ਜਪਣ ਵਾਲਿਆਂ ਨੂੰ ਵੀ ਹੋ ਜਾਂਦੀ। ਜਿਹੜਾ ਅਭਿਮਾਨ ਹੈ ਨਾ, ਇਹ ਨਾਮ ਜਪਣ ਦਾ ਵੀ ਹੋ ਜਾਂਦਾ ਕਿ ਮੈਂ ਨਾਮ ਜਪਦਾ, ਮੈਂ ਸਭ ਤੋਂ ਚੰਗਾ, ਮੈਂ ਸਭ ਤੋਂ ਅੰਮ੍ਰਿਤ ਵੇਲੇ ਉੱਠਦਾ। ਮਹਾਰਾਜ ਦੇ ਚਰਨਾਂ 'ਚ ਹਮੇਸ਼ਾ ਹੀ ਅਰਦਾਸ ਕਰਨੀ ਚਾਹੀਦੀ। ਹਜ਼ੂਰ ਫਰਮਾਉਂਦੇ ਨੇ ਕਿ ਤਜ ਅਭਿਮਾਨ, ਇਸ ਗੱਲ ਦਾ ਵੀ ਅਭਿਮਾਨ ਛੱਡ ਦੇ, ਇਸ ਗੱਲ ਦਾ ਵੀ ਤੂੰ ਹੰਕਾਰ ਛੱਡ ਦੇ ਕਿ ਮੈਂ ਹੀ ਸਭ ਤੋਂ ਚੰਗਾ ਹੈ। ਪਰਮਾਤਮਾ ਦੇ ਚਰਨਾਂ ਦੀ ਧੂੜ ਬਣ ਕੇ ਹਮੇਸ਼ਾ ਅਰਦਾਸ ਕਰੀ ਕਿ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਵੀ ਨਾਮ ਜਪਿਆ ਜਾ ਰਿਹਾ ਹੈ ਇਹ ਤੇਰੀ ਕਿਰਪਾ, ਇਹ ਆਪ ਜੀ ਦੀ ਰਹਿਮਤ ਹੈ। ਤੇਰੀ ਰਹਿਮਤ ਤੋਂ ਬਿਨਾਂ ਤਾਂ ਮਹਾਰਾਜ ਮੈਂ ਨਾਮ ਨਹੀਂ ਨਾ ਜਪ ਸਕਦਾ। ਨਾਨਕ ਨਦਰੀ ਨਦਰ ਨਿਹਾਲ, ਮਹਾਰਾਜ ਜੀ ਆਪ ਜੀ ਦੀ ਨਦਰ ਮਿਹਰ ਦੀ ਹੋਵੇਗੀ ਤੇ ਫੇਰ ਹੀ ਕਿਰਪਾ ਹੋ ਸਕਦੀ ਹੈ ਨਾ। ਸੋ ਇਸ ਵਾਸਤੇ ਆਪਣਾ ਹੰਕਾਰ ਛੱਡ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਨਿਮਰਤਾ ਦੇ ਘਰ ਵਿੱਚ ਆ। ਸਾਧ ਪ੍ਰਸਾਦ ਹਰਿ ਸਿਉ ਮਨ ਰੰਗ। ਸਤਿਗੁਰੂ ਜੀ ਰਹਿਮਤ ਕਰਦੇ ਨੇ ਕਿ ਸਾਧ ਪ੍ਰਸਾਦ ਕੀ ਅਰਥ ਕਰਾਂਗੇ ਭਾਈ ਇੱਥੇ, ਜਿਹੜੇ ਹਮੇਸ਼ਾ ਹੀ ਕਿੰਤੂ ਪਰੰਤੂ ਹੀ ਕਰਦੇ ਨੇ। ਸਾਧ ਪ੍ਰਸਾਦ ਹਰਿ ਸਿਉ ਮਨ ਰੰਗ, ਕਹਿੰਦੇ ਭਾਈ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ, ਜਿਨ੍ਹਾਂ ਨੇ ਆਪਣੇ ਮਨ ਨੂੰ ਵਿਸ਼ਿਆਂ ਵਿਕਾਰਾਂ ਵਾਲੇ ਪਾਸਿਓਂ ਸਾਧ ਕੇ ਪ੍ਰਮਾਤਮਾ ਨਾਲ ਜੋੜ ਲਿਆ ਹੈ, ਉਹਨਾਂ ਸਾਧੂਆਂ ਦੇ ਪ੍ਰਸਾਦ ਕਿਰਪਾ ਨਾਲ, ਉਹਨਾਂ ਦੇ ਸਹਿਯੋਗ ਨਾਲ, ਉਹਨਾਂ ਦੀ ਮਦਦ ਨਾਲ ਤੂੰ ਆਪਣੇ ਮਨ ਨੂੰ ਪ੍ਰਮਾਤਮਾ ਨਾਲ ਜੋੜ ਲੈ, ਆਪਣੇ ਮਨ ਨੂੰ ਪ੍ਰਮਾਤਮਾ ਦੇ ਰੰਗ ਵਿੱਚ ਰੰਗ ਲੈ। ਸਾਧ ਸੰਗਤ ਥੋੜੀ ਜਿਹੀ ਉਚਾਈ ਤੇ ਚੜ੍ਹਨਾ ਹੋਵੇ ਨਾ, ਆ ਸਰੋਵਰ ਤੋਂ ਆਪਾਂ ਦਰਬਾਰ ਸਾਹਿਬ ਨੂੰ ਆਉਣੇ ਨਾ ਤੇ ਸਟੈਪ ਬਣੇ ਹੋਏ ਨੇ, ਪੌੜੀਆਂ ਬਣੀਆਂ ਹੋਈਆਂ ਨੇ, ਉਹਨਾਂ ਦੇ ਦੁਆਰਾ ਆਪਾਂ ਚੜ੍ਹਦੇ ਹਾਂ। ਭਾਵ ਆਸਰਾ ਚਾਹੀਦਾ। ਜੇ ਅਸੀਂ ਸਕੂਲ ਵਿੱਚ ਬੱਚਾ ਪੜ੍ਹਨ ਲਾਉਂਦੇ ਆ ਤੇ ਉਹਨਾਂ ਟੀਚਰਾਂ ਦਾ, ਅਧਿਆਪਕਾਂ ਦਾ ਆਸਰਾ ਹੈ। ਜੇ ਉੱਥੇ ਵੀ ਕੋਈ ਕਮੀ ਰਹਿ ਜਾਵੇ ਤੇ ਫਿਰ ਟਿਊਸ਼ਨ ਰੱਖਦੇ ਆ, ਹੋਰ ਵੱਡਾ ਆਸਰਾ ਚਾਹੀਦਾ ਹੈ। ਤੇ ਜਦੋਂ ਅਸੀਂ ਹੈ ਹੀ ਵਿਦਿਆਰਥੀ ਉਸ ਪਰਮਾਤਮਾ ਦੇ ਜਿਹੜਾ ਸਭ ਤੋਂ ਕਠਿਨ ਰਸਤਾ ਹੈ, ਤੇ ਫਿਰ ਸਾਨੂੰ ਕੋਈ ਆਸਰਾ ਨਹੀਂ ਚਾਹੀਦਾ। ਇਹ ਤੇ ਇੱਕ ਹੰਕਾਰ ਹੈ ਭਾਈ, ਨਹੀਂ ਸਾਨੂੰ ਆਸਰਾ ਚਾਹੀਦਾ ਹੈ। ਫਿਰ ਆਸਰਾ ਕਿਹਦਾ ਚਾਹੀਦਾ? ਜਿਹੜਾ ਇਸ ਸਿਲੇਬਸ ਨੂੰ ਸਮਝਦਾ। ਜੇ ਅਸੀਂ ਪ੍ਰਮਾਤਮਾ ਦੇ ਨਾਮ ਦੇ ਰਾਹ ਤੇ ਚੱਲਣਾ ਨਾ, ਚਰਨ ਚੱਲੋ ਮਾਰਗ ਗੋਬਿੰਦ, ਜੇ ਤਾਂ ਆਪਾਂ ਇਸ ਰਾਹ ਤੇ ਚੱਲਣਾ ਹੈ ਤੇ ਜਿਹੜੇ ਇਸ ਰਾਹ ਦੇ ਪਾਂਧੀ ਨੇ ਆਪਾਂ ਨੂੰ ਉਹੀ ਲੈਸਨ ਦੇ ਸਕਦੇ ਨਾ, ਉਹੀ ਟਿਊਸ਼ਨ ਪੜ੍ਹਾ ਸਕਦੇ ਆ, ਉਹੀ ਆਪਾਂ ਨੂੰ ਸਬਕ ਦੇ ਸਕਦੇ ਨੇ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਹੁਤ ਅਗੰਮੀ ਦਾਤਾਂ ਬਖਸ਼ੀਆਂ ਸਾਨੂੰ। ਸਾਧ ਪ੍ਰਸਾਦ ਕਹਿੰਦੇ ਭਾਈ ਜਿਹੜੇ ਸਾਧੂ ਮਹਾਂਪੁਰਖ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਕੇ ਪ੍ਰਮਾਤਮਾ ਦੇ ਚਰਨਾਂ ਨਾਲ, ਗੁਰੂ ਦੀ ਬਾਣੀ ਨਾਲ, ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗ ਕੇ ਆਪਣੇ ਆਪ ਨੂੰ ਇਸ ਪਾਸੇ ਜੋੜ ਲਿਆ ਹੈ, ਉਹਨਾਂ ਦੇ ਦੁਆਰਾ ਕਹਿੰਦੇ ਆਪਣੇ ਮਨ ਨੂੰ ਭਾਈ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗ ਲੈ। ਜਿਨ ਤੂੰ ਕੀਆ ਤਿਸ ਕੋ ਜਾਨ। ਜਿਨ ਤੈਨੂੰ ਸੰਸਾਰ ਵਿੱਚ ਪੈਦਾ ਕੀਤਾ ਨਾ, ਕਹਿੰਦੇ ਭਾਈ ਤੂੰ ਉਹਨੂੰ ਕਿਤੇ ਜਾਣਿਆ। ਜੇ ਸਾਨੂੰ ਕੋਈ ਮਦਦ ਕਰ ਦੇਵੇ ਨਾ ਚੱਲਣ ਫਿਰਨ ਵਾਸਤੇ, ਸਾਈਕਲ ਲੈ ਦੇਵੇ, ਆਪਾਂ ਉਹਦਾ ਵੀ ਧੰਨਵਾਦ ਕਰਦੇ ਹਾਂ, ਯਾਦ ਕਰਦੇ ਹਾਂ ਕਿ ਆਹ ਸਾਈਕਲ ਸਾਨੂੰ ਫਲਾਣੇ ਨੇ ਦਿੱਤਾ ਸੀ। ਕੋਈ ਟਾਈਮ ਵੇਖਣ ਵਾਸਤੇ ਸਾਨੂੰ ਕੋਈ ਘੜੀ ਦੇ ਦੇ ਵੀ ਅਸੀਂ ਉਹਦਾ ਧੰਨਵਾਦ ਕਰਦੇ ਹਾਂ। ਤੇ ਮਹਾਰਾਜ ਕਹਿੰਦੇ ਜਿਨ ਤੂੰ ਕੀਆ, ਜਿਹਨੇ ਤੈਨੂੰ ਪੈਦਾ ਕੀਤਾ, ਮਾਤਾ ਦੇ ਗਰਭ ਵਿੱਚ ਵੀ ਤੈਨੂੰ ਰੱਖਿਆ, 84 ਲੱਖ ਜੂਨਾਂ ਦੇ ਵਿੱਚੋਂ ਕੱਢ ਕੇ ਤੈਨੂੰ ਮਨੁੱਖਾ ਦੇਹ ਦਿੱਤੀ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਉਸ ਪਰਮਾਤਮਾ ਨੂੰ ਤੂੰ ਕਦੇ ਜਾਣਿਆ? ਕਹਿੰਦੇ ਭਾਈ ਤੂੰ ਕਦੇ ਆਪਣੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ, ਕਦੇ ਤੂੰ ਵਿਚਾਰ ਕਰੀ ਕਿ ਜਿਹੜੇ ਪਰਮਾਤਮਾ ਨੇ
ਪੰਜ ਤੱਤ ਇਕੱਠੇ ਕਰਕੇ ਸਾਡੇ ਵਿੱਚ ਚੇਤਨ ਸਤਾ ਪਾ ਦਿੱਤੀ, ਸਾਨੂੰ ਤੁਰਨ ਫਿਰਨ ਦੇ ਕਾਬਲ ਬਣਾ ਦਿੱਤਾ, ਸਾਨੂੰ ਸੋਚਣ ਦੀ ਬੁੱਧ ਦੇ ਦਿੱਤੀ, ਮਨੁੱਖਾ ਜਨਮ ਦੇ ਦਿੱਤਾ, ਫਿਰ ਗੁਰਸਿੱਖਾਂ ਦੇ ਘਰ ਦਾ ਜਨਮ ਦੇ ਦਿੱਤਾ, ਜਿੱਥੇ ਕਲਗੀਧਰ ਪਾਤਸ਼ਾਹ ਜੀ ਨੇ ਸਾਰਾ ਸਰਬੰਸ ਵਾਰ ਕੇ ਇੱਕ ਸਿਧਾਂਤ ਘੜਿਆ ਹੋਇਆ, ਉੱਥੇ ਸਾਨੂੰ ਪੈਦਾ ਕਰ ਦਿੱਤਾ। ਕਦੇ ਅਸੀਂ ਉਹਨੂੰ ਜਾਣਿਆ? ਕਹਿੰਦੇ ਨਹੀਂ ਭਾਈ, ਜਿਨ ਤੂੰ ਕੀਆ, ਜਿਹਨੇ ਤੈਨੂੰ ਪੈਦਾ ਕੀਤਾ ਹੈ, ਤੂੰ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰ, ਤੂੰ ਉਸ ਸਰੂਪ ਦੇ ਵਿੱਚ ਅਭੇਦ ਹੋਣ ਦਾ ਢੰਗ ਸਿੱਖ। ਆਗੇ ਦਰਗਾਹ ਪਾਵੈ ਮਾਨ। ਫਿਰ ਕੀ ਹੋਵੇਗਾ ਭਾਈ, ਜਦੋਂ ਤੂੰ ਪ੍ਰਮਾਤਮਾ ਦੇ ਵਿੱਚ ਅਭੇਦਤਾ ਨੂੰ ਸਮਝ ਲਵੇਂਗਾ, ਫਿਰ ਅੱਗੇ ਦਰਗਾਹ ਦੇ ਵਿੱਚ ਵੀ ਮਾਣ ਪਾਵੇਂਗਾ। ਜਦੋਂ ਤੂੰ ਇੱਥੇ ਉਸ ਨੂੰ ਸਮਝ ਲਿਆ ਜਿਹਨੇ ਤੈਨੂੰ ਪੈਦਾ ਕੀਤਾ ਸੀ, ਉਹ ਇੱਕ ਸ਼ਕਤੀ ਹੈ, ਉਹ ਇੱਕ ਬਖਸ਼ਿੰਦ ਹੈ, ਜਦੋਂ ਤੂੰ ਉਸ ਨੂੰ ਸਮਝ ਲਿਆ ਤੇ ਫਿਰ ਭਾਈ ਰੇ ਰੇ ਦਰਗਾਹ ਕਹਾ ਨਾ ਕੋ, ਆਓ ਬੈਠ ਆਦਰ ਸਭ ਦਿਓ। ਫਿਰ ਤਾਂ ਕਹਿੰਦੇ ਭਾਈ ਦਰਗਾਹ ਦੇ ਵਿੱਚ ਵੀ ਤੇਰਾ ਮਾਣ ਸਤਿਕਾਰ ਬਣੇਗਾ, ਅੱਗੇ ਦਰਗਾਹ ਪਾਵੇ ਮਾਣ, ਅੱਗੇ ਵੀ ਭਾਈ ਦਰਗਾਹ ਵਿੱਚ ਵੀ ਮਾਣ ਪ੍ਰਾਪਤ ਹੋਵੇਗਾ। ਮਨ ਤਨ ਨਿਰਮਲ ਹੋਏ ਨਿਹਾਲ। ਕਹਿੰਦੇ ਮਨ ਵੀ ਤੇ ਤਨ ਵੀ ਨਿਹਾਲ ਹੋ ਜਾਵੇਗਾ। ਨਿਹਾਲ ਜਿਹੜਾ ਸ਼ਬਦ ਹੈ ਨਾ ਸਾਧ ਸੰਗਤ ਜੀ, ਇਹ ਕਈਆਂ ਥਾਵਾਂ ਤੇ ਵਰਤਿਆ ਜਾਂਦਾ ਤੇ ਇਹਦੀ ਵਰਤੋਂ ਅਕਸਰ ਹੁੰਦੀ ਆ, ਸ਼ਬਦ ਦੇ ਮੁਤਾਬਕ ਹੋ ਜਾਂਦੀ। ਆਪਾਂ ਕਹਿੰਦੇ ਕਿ ਪ੍ਰਸ਼ਾਦਾ ਛਕ ਕੇ ਨਿਹਾਲ ਹੋ ਗਏ, ਪਾਵਨੰਦ ਹੋ ਗਏ, ਨਿਹਾਲ ਹੋ ਗਏ। ਪਰ ਨਿਹਾਲ ਹੋਣ ਤੋਂ ਬਾਅਦ ਕੁਝ ਘੰਟਿਆਂ ਬਾਅਦ ਜਿਹੜਾ ਸਵੇਰੇ ਨਿਹਾਲ ਹੋਏ ਸੀ ਨਾ, ਸ਼ਾਮ ਨੂੰ ਫਿਰ ਉਹ ਭੁੱਖ ਸਤਾਉਂਦੀ ਆ ਵੀ ਉਹ ਜਿਹੜਾ ਆਨੰਦ ਸੀ ਉਤਰ ਗਿਆ, ਜਿਹੜਾ ਨਿਹਾਲ ਹੋਏ ਸੀ ਉਹਦੀ ਤ੍ਰਿਪਤੀ ਨਹੀਂ ਰਹੀ। ਇੱਥੇ ਨਿਹਾਲ ਭਾਈ ਕਾਹਨ ਸਿੰਘ ਨਾਭਾ ਨੇ, ਭਾਈ ਸਾਹਿਬ ਸਿੰਘ ਨੇ ਔਰ ਮਹਾਂਪੁਰਖਾਂ ਨੇ ਜਿਹੜੇ ਨਿਹਾਲ ਦੇ ਅਰਥ ਕੀਤੇ ਆ ਨਾ, ਉਹ ਮਨ ਚਿੱਤ ਕਰਕੇ, ਇੰਦਰੀਆਂ ਦੀ ਗਮਤਾ ਕਰਕੇ, ਕਰਮ ਇੰਦਰੀ ਤੇ ਗਿਆਨ ਇੰਦਰੀਆਂ ਕਰਕੇ ਜਿਹੜਾ ਨਿਹਾਲ ਹੋ ਜਾਵੇ ਨਾ, ਉਹਨੂੰ ਗੁਰਬਾਣੀ ਨੇ ਨਿਹਾਲ ਮੰਨਿਆ। ਤੇ ਉਹਦਾ ਰਸਤਾ ਕੀ ਹੈ? ਰਸਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਅੰਤਰ ਕਪਟ ਚਕਾਵੋ ਮੇਰੇ ਗੁਰ ਸਿੱਖੋ, ਨਿਹ ਕਪਟ ਕਮਾਵੋ ਹਰ ਕੀ ਹਰ ਕਾਲ। ਨਿਹਾਲ ਨਿਹਾਲ ਨਿਹਾਲ। ਕਹਿੰਦੇ ਜਦੋਂ ਅੰਦਰੋਂ ਕਪਟ ਖਤਮ ਹੋ ਗਿਆ ਨਾ, ਤਾਂ ਨਿਕਪਟ ਹੋ ਕੇ ਸਤਿਗੁਰੂ ਦੀ ਸੇਵਾ ਸਿਮਰਨ ਵਿੱਚ ਜੁੜ ਗਏ। ਫਿਰ ਕਹਿੰਦੇ ਮਨ ਕਰਕੇ ਵੀ ਤਨ ਕਰਕੇ ਵੀ ਨਿਹਾਲ ਹੋ ਜਾਵਾਂਗੇ। ਤੇ ਸਤਿਗੁਰੂ ਪਾਤਸ਼ਾਹ ਜੀ ਵੀ ਇੱਥੇ ਕਹਿੰਦੇ ਹਨ ਕਿ ਮਨ ਕਰਕੇ ਵੀ ਤੇ ਤਨ ਕਰਕੇ ਵੀ ਨਿਹਾਲ ਹੋਣ ਦੇ ਰਸਤੇ ਤੇ ਤੁਰ, ਤਾਂ ਤੂੰ ਸਤਿਗੁਰੂ ਪਾਤਸ਼ਾਹ ਦੀ ਰਹਿਮਤ ਦਾ, ਕਿਰਪਾ ਦਾ ਪਾਤਰ ਬਣ ਸਕਦਾ ਹੈ। ਰਸਨਾ ਨਾਮ ਜਪਤ ਗੋਪਾਲ। ਇਹ ਨਿਹਾਲ ਕਿਵੇਂ ਹੋਵੇਗਾ ਭਾਈ? ਰਸਨਾ ਦੇ ਨਾਲ ਵਾਹਿਗੁਰੂ 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 ਜਪੇਗਾ ਨਾ, ਤੇ ਉਹ ਜਿਹੜਾ ਗੋਪਾਲ ਪ੍ਰਥਵੀ ਦੀ ਰੱਖਿਆ ਕਰਨ ਵਾਲਾ ਹੈ, ਜਿਹੜਾ ਗਿਆਨ ਇੰਦਰੀਆਂ ਦੀ ਰੱਖਿਆ ਕਰਨ ਵਾਲਾ ਹੈ, ਉਹ ਪਰਮਾਤਮਾ ਜਿਹੜਾ ਸਰਬ ਕਲਾ ਵਿਆਪਕ ਹੈ, ਜਦੋਂ ਰਸਨਾ ਉਸ ਪਰਮਾਤਮਾ ਦਾ ਸਿਮਰਨ ਜਪੇਗੀ ਤੇ ਫਿਰ ਤੂੰ ਗਿਆਨ ਇੰਦਰੀ ਤੇ ਕਰਮ ਇੰਦਰੀਆਂ ਕਰਕੇ ਨਿਹਾਲ ਹੋ ਜਾਵੇਗਾ। ਕਰ ਕਿਰਪਾ ਮੇਰੇ ਦੀਨ ਦਇਆਲਾ। ਫਿਰ ਅਰਦਾਸ ਬੇਨਤੀ ਕਰੀਏ ਕਿ ਸਤਿਗੁਰੂ ਕਰ ਕਿਰਪਾ ਮੇਰੇ ਦੀਨ ਦਇਆਲਾ। ਦੀਨਾਂ ਦੇ ਉੱਪਰ, ਗਰੀਬਾਂ ਦੇ ਉੱਪਰ ਹਰ ਕੋਈ ਤਾਂ ਨਹੀਂ ਨਾ ਕਿਰਪਾ ਕਰਦਾ। ਇਹ ਦੁਨੀਆ ਤਾਂ ਹਸਤਿਆਂ ਦੀ ਆ, ਇਹ ਦੁਨੀਆ ਅਮੀਰਾਂ ਦੀ ਆ, ਸਾਧ ਸੰਗਤ ਗਰੀਬਾਂ ਦੀ ਨਹੀਂ। ਕਰ ਕਿਰਪਾ ਮੇਰੇ ਦੀਨ ਦਇਆਲਾ। ਮਹਾਰਾਜ ਤੂੰ ਨਿਮਾਣਿਆਂ ਦਾ ਮਾਣ ਹੈ, ਤੂੰ ਨਤਾਣਿਆਂ ਦਾ ਤਾਣ ਹੈ, ਇਸ ਲਈ ਤੇਰੇ ਦਰ ਦੇ ਉੱਪਰ ਸਾਡੀ ਅਰਦਾਸ ਬੇਨਤੀ ਜੋਦੜੀ ਹੈ ਮਹਾਰਾਜ ਕਿ ਇੱਕ ਤੇਰਾ ਹੀ ਦਰ ਹੈ, ਇੱਕ ਆਪ ਜੀ ਦਾ ਦੁਆਰਾ ਹੈ ਜਿਹੜਾ ਗਰੀਬਾਂ ਦੇ ਉੱਪਰ ਵੀ ਬਹੁਤ ਵੱਡੀ ਕਿਰਪਾ ਕਰ ਦਿੰਦਾ।
ਜਿਹਦੇ ਉੱਤੇ ਵਿਤਕਰਾ ਨਹੀਂ ਕਿ ਕੋਈ ਅਮੀਰ ਹੈ ਕਿ ਗਰੀਬ ਹੈ, ਕੋਈ ਪੜ੍ਹਿਆ ਹੈ ਕਿ ਅਨਪੜ੍ਹਿਆ ਹੈ, ਔਰਤ ਹੈ ਕਿ ਮਰਦ ਹੈ, ਕਿਹੜੀ ਜਾਤ ਵਿੱਚ ਹੈ, ਵੱਡੀ ਜਾਤ ਹੈ ਕਿ ਛੋਟੀ ਵਿੱਚ ਹੈ, ਤਾਂ ਤੂੰ ਭੇਦ ਹੀ ਖਤਮ ਕਰ ਦਿੱਤੇ। ਮਹਾਰਾਜ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਕਿ ਸਾਡੇ ਗਰੀਬਾਂ ਦੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ। ਸਾਧੂ ਕੀ ਮਨ ਮੰਗੈ ਰਵਾਲਾ। ਮਹਾਰਾਜ ਆਪ ਦੀ ਜਦੋਂ ਦਿਆਲਤਾ ਹੋ ਗਈ, ਫਿਰ ਸਤਿਗੁਰੂ ਪਾਤਸ਼ਾਹ ਜੀ ਪੁੱਛਦੇ ਨੇ ਕਿ ਕੀ ਚਾਹਣਾ ਗੁਰਸਿੱਖਾ? ਸਾਧੂ ਕੀ ਮਨ ਮੰਗੈ ਰਵਾਲਾ। ਸਾਡਾ ਮਨ ਉਹਨਾਂ ਸਾਧੂਆਂ ਦੇ, ਜਿੱਥੇ ਭਾਈ ਗੁਰਦਾਸ ਜੀ ਨੇ ਇਹ ਵੀ ਲਿਖਿਆ ਹੈ, ਗੁਰਮੁਖ ਸਾਧ ਅਸਾਧ ਜਿਨ ਸਾਧ ਸਧਾਇਆ, ਨਾ ਸਾਧੇ ਜਾਣ ਵਾਲੇ ਮਨ ਨੂੰ ਜਿਨ੍ਹਾਂ ਨੇ ਸਾਧ ਲਿਆ ਉਹਦਾ ਨਾਮ ਸਾਧ ਹੈ। ਸਾਧੂ ਕੀ ਮਨ ਮੰਗੈ ਰਵਾਲਾ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਮਹਾਂਪੁਰਖਾਂ ਸਤਿਪੁਰਖਾਂ ਦੀ, ਉਹਨਾਂ ਬ੍ਰਹਮ ਗਿਆਨੀ ਤਤ ਬੇਤਿਆਂ ਦੀ, ਨਾਮ ਜਪਣ ਵਾਲਿਆਂ ਸਾਧੂਆਂ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਧੂੜ ਮੰਗਦਾ ਸਾਡਾ ਮਨ। ਇਹ ਸਾਡੀ ਇੱਛਾ ਹੈ, ਸਾਡੀ ਮਹਾਰਾਜ ਬੇਨਤੀ ਹੈ। ਹੋ ਦਇਆਲ ਦੇਹੋ ਪ੍ਰਭ ਦਾਨ। ਇਹਦੇ ਬਦਲੇ 'ਚ ਮਹਾਰਾਜ ਅਸੀਂ ਨਹੀਂ ਕੁਝ ਦੇ ਸਕਦੇ। ਕੋਈ ਚੀਜ਼ ਲੈਣੀ ਹੋਵੇ ਨਾ, ਉਹਦੇ ਬਦਲੇ 'ਚ ਕੁਝ ਦੇਣਾ ਪੈਂਦਾ। ਤੇ ਅਰਦਾਸ ਇਹ ਹੈ, ਮਹਾਰਾਜ ਤੇਰੀ ਸਿੱਖੀ ਵੀ ਬੜੀ ਪ੍ਰਬਲ ਹੈ, ਸਿੱਖੀ ਪ੍ਰਾਪਤ ਕਰਨ ਵਾਸਤੇ ਵੀ ਬਹੁਤ ਕੁਝ ਦੇਣਾ ਪੈਂਦਾ, ਕੁਝ ਛੱਡਣਾ ਪੈਂਦਾ ਹੈ। ਕਰ ਕਿਰਪਾ ਦਿਓ ਪ੍ਰਭ ਦਾਨ। ਮਹਾਰਾਜ ਪਰ ਇੱਕ ਚੀਜ਼ ਹੈ, ਜਿਹੜੀ ਚੀਜ਼ ਦਾਨ ਵਿੱਚ ਮਿਲ ਜਾਵੇ ਨਾ, ਦਾਨ 'ਚ ਕੋਈ ਕਿਸੇ ਨੂੰ ਦਾਨ ਕਰ ਦੇਵੇ, ਉਹਦੇ ਬਦਲੇ 'ਚ ਕੁਝ ਦੇਣਾ ਨਹੀਂ ਪੈਂਦਾ। ਮਹਾਰਾਜ ਅਸੀਂ ਕੋਈ ਸਮਰੱਥਾ ਨਹੀਂ ਰੱਖਦੇ ਕਿ ਇਹ ਵਸਤੂਆਂ ਪ੍ਰਾਪਤ ਕਰਨ ਵਾਸਤੇ ਇਹਦੇ ਇਵਜ਼ ਦੇ ਵਿੱਚ ਤੁਹਾਨੂੰ ਅਸੀਂ ਕੁਝ ਦੇ ਸਕੀਏ, ਨਹੀਂ ਦੇ ਸਕਦੇ। ਕਿਰਪਾ ਕਰਕੇ ਰਹਿਮਤ ਕਰਕੇ ਸਾਨੂੰ ਦਾਨ ਹੀ ਕਰ ਦਿਓ ਮਹਾਰਾਜ, ਸਾਡੀ ਝੋਲੀ ਭਰ ਦਿਓ। ਨਾਨਕ ਜਪ ਜੀਵੈ ਪ੍ਰਭ ਨਾਮ। ਮਹਾਰਾਜ ਸੱਚੇ ਪਾਤਸ਼ਾਹ ਇਹੋ ਜੀ ਕਿਰਪਾ ਕਰ ਦਿਓ ਕਿ ਤੇਰਾ ਨਾਮ ਜਪ ਕੇ, ਤੇਰੇ ਨਾਮ ਦੀ ਬੰਦਗੀ ਕਰਕੇ, ਨਾਮ ਦੀ ਅਰਾਧਨਾ ਕਰਕੇ ਐਸੀ ਇੱਕ ਸਾਧਨਾ ਬਣ ਜਾਏ, ਸਾਡਾ ਜੀਵਨ ਹੀ ਇਹ ਬਣ ਜਾਵੇ। ਐਸੀ ਕਿਰਪਾ ਕਰ ਦਿਓ ਮਹਾਰਾਜ ਕਿ ਸਾਡੀ ਮਾਨਸਿਕ ਅਵਸਥਾ, ਸਾਡੀ ਸਰੀਰਕ ਅਵਸਥਾ, ਮਨ ਚਿੱਤ ਅਹੰਕਾਰ ਕਰਕੇ, ਮਨ ਚਿੱਤ ਬੁੱਧ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਆਪ ਜੀ ਨਾਲ ਜੁੜ ਜਾਈਏ। ਇਹ ਸਾਡੇ ਤੇ ਰਹਿਮਤ ਕਰ ਦਿਓ, ਕਿਰਪਾ ਕਰ ਦਿਓ ਮਹਾਰਾਜ ਸੱਚੇ ਪਾਤਸ਼ਾਹ ਕਿ ਅਸੀਂ ਆਪ ਜੀ ਦਾ ਹੀ ਨਾਮ ਹਮੇਸ਼ਾ ਜਪਦੇ ਰਹੀਏ। ਸਤਿਗੁਰੂ ਪਾਤਸ਼ਾਹ ਜੀ ਨੇ ਮੁੱਢ ਤੋਂ ਲੈ ਕੇ ਕਿ ਮਹਾਰਾਜ ਦੇ ਚਰਨਾਂ ਕਮਲਾਂ ਦਾ ਧਿਆਨ ਕਿਵੇਂ ਧਰਨਾ ਹੈ, ਗੁਰੂ ਦਾ ਨਾਮ ਕਿਵੇਂ ਜਪਣਾ ਹੈ, ਉਸ ਦੀ ਰਹਿਮਤ ਦੇ ਪਾਤਰ ਕਿਵੇਂ ਬਣਨਾ ਹੈ, ਨਿਮਰਤਾ ਦੇ ਘਰ ਵਿੱਚ ਕਿਵੇਂ ਰਹਿਣਾ ਹੈ, ਪੰਜਾਂ ਵਿਕਾਰਾਂ ਤੋਂ ਕਿਵੇਂ ਖਹਿੜਾ ਛਡਾਉਣਾ ਹੈ, ਇਹ ਸਾਰਾ ਕੁਝ ਦਰਸਾ ਕੇ ਬਹੁਤ ਵੱਡੀ ਸਿੱਖਿਆ ਦੇ ਕੇ ਅਖੀਰ ਨੂੰ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਫਿਰ ਅਰਦਾਸ ਕਰਨੀ, ਫਿਰ ਬੇਨਤੀ ਕਰਨੀ ਹੈ। ਨਦਰ ਤੁਧ ਅਰਦਾਸ ਮੇਰੀ ਜਿਨੇ ਆਪ ਪਾਇਆ, ਤਾਂ ਮੈਂ ਕਹਿਆ ਕਹਿਣ ਜਾਂ ਤੁਝਾ ਕਹਾਇਆ। ਸਤਿਗੁਰੂ ਪਾਤਸ਼ਾਹ ਜੀ ਇਹ ਤਾਂ ਨਦਰ ਤੇਰੀ ਆ, ਤੇਰੀ ਰਹਿਮਤ ਹੈ, ਜਿਹਦੇ ਕਰਕੇ ਅਸੀਂ ਆਪ ਦੇ ਇਸ ਦਰ ਦੇ ਵਿੱਚੋਂ ਇਹ ਦਾਤਾਂ ਮੰਗ ਕੇ ਪ੍ਰਾਪਤ ਕੀਤੀਆਂ। ਸਾਡਾ ਕੋਈ ਜ਼ੋਰ ਨਹੀਂ, ਜਿਸ ਨਾਲ ਜ਼ੋਰ ਨਾ ਚੱਲਈ ਖਲੇ ਕੀਚਾ ਅਰਦਾਸ, ਉੱਥੇ ਤਾਂ ਅਰਦਾਸ ਹੀ ਕਰਨੀ ਬਣ ਆਉਂਦੀ ਹੈ। ਇਸ ਕਰਕੇ ਅਰਦਾਸ ਬੇਨਤੀ ਹੈ ਮਹਾਰਾਜ ਕਿ ਸਾਡਾ ਜੀਵਨ ਨਾਮ ਸਿਮਰਨ ਵਾਲਾ ਬਣ ਜਾਵੇ, ਉਹ ਹਮੇਸ਼ਾ ਵਾਸਤੇ ਨਾਮ ਸਿਮਰ ਦੇ ਵਿੱਚ ਜੁੜ ਜਾਵੇ। ਸਤਿਗੁਰੂ ਰਹਿਮਤ ਕਰਨ, ਕਿਰਪਾ ਕਰਨ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕੀਤੀ ਹੈ। ਸੋ ਬੇਅੰਤੀ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ, ਫਿਰ ਦਾਸ ਤਾਂ ਕੋਈ ਗਿਆਨੀ ਨਹੀਂ, ਸਿਰਫ ਦਰਸ਼ਨ ਕਰਨ ਵਾਸਤੇ ਮਨ ਵਿੱਚ ਅਮਾਹ ਹੁੰਦਾ ਹੈ, ਚਾਹ ਹੁੰਦਾ ਹੈ ਕਿ ਗੁਰੂ ਕੀਆਂ ਸਿੱਖ ਸੰਗਤਾਂ ਦੇ ਦਰਸ਼ਨ ਹੋ ਜਾਣ, ਸਿਰਫ ਹਾਜ਼ਰੀ ਲਵਾਉਣ ਵਾਸਤੇ ਸਾਧ ਸੰਗਤ ਉਪਰਾਲਾ ਕਰੀਦਾ। ਸੋ ਬੇਅੰਤੀ ਗਲਤੀਆਂ ਹੋ ਜਾਂਦੀਆਂ। ਸਤਿਗੁਰੂ ਦੀ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਣਹਾਰ ਹਨ, ਬਖਸ਼ ਲੈਣਾ। ਸੋ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਤਿਗੁਰੂ ਪਾਤਸ਼ਾਹ ਦੀ ਸਿੱਖੀ ਨੂੰ ਧਾਰਨ ਕਰੋ, ਕਲਗੀਧਰ ਪਾਤਸ਼ਾਹ ਦੇ ਪੁੱਤਰ ਪੁੱਤਰੀਆਂ ਬਣੋ। ਸਤਿਗੁਰੂ ਦੀ ਰਹਿਮਤ ਹੋਵੇਗੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਕਰ ਕਿਰਪਾ ਮੇਰੇ ਦੀਨ ਦਇਆਲਾ, ਸਾਧੂ ਕੀ ਮਨ ਮੰਗੈ ਰਵਾਲਾ। ਹੋ ਦਇਆਲ ਦੇਹੁ ਪ੍ਰਭ ਦਾਨ,
ਨਾਨਕ ਜਪ ਜੀਵੈ ਪ੍ਰਭ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।